ਜਸਬੀਰ ਮੰਡ ਦਾ ਨਾਵਲ ਬੋਲ ਮਰਦਾਨਿਆਂ ਦਾ 34ਵੇਂ ਅੰਗ ਦਾ ਬਾਕੀ ਦਾ ਹਿੱਸਾ। ਸ਼ਾਮ ਵੇਲੇ ਗਜਾ ਕਰਨ ਤੁਰੇ ਮਰਦਾਨੇ ਨੂੰ ਬਾਬੇ ਨੇ ਪਿੱਛੋਂ ਆਵਾਜ਼ ਮਾਰੀ। ਆਉਣ ਲੱਗਿਆਂ ਸੱਚ ਤੇ ਝੂਠ ਵੀ ਖਰੀਦ ਲਿਆਈ। ਸ਼ਹਿਰ ਵੱਲ ਜਾਂਦਾ ਮਰਦਾਨਾ ਸੋਚਦਾ ਰਿਹਾ, ਕਿਤੇ ਇਹਦੇ 'ਚ ਵਿਧੀਆਂ ਪੁੱਛਣ ਦਾ ਉੱਤਰ ਤਾਂ ਨਹੀਂ ਛੁਪਿਆ ਹੋਇਆ। ਉਹਨੇ ਚਿਹਰੇ ਵੇਖ ਕੇ ਕਈ ਦੁਕਾਨਦਾਰਾਂ ਕੋਲੋਂ ਇਹ ਸਵਾਲ ਪੁੱਛਿਆ। ਅਖੀਰ ਇੱਕ ਦੁਕਾਨਦਾਰ ਨੇ ਕਾਗਜ਼ 'ਤੇ ਲਿਖ ਕੇ ਉੱਤਰ ਦਿੱਤਾ, ਮਰਨਾ ਸੱਚ, ਜਿਉਣਾ ਝੂਠ। ਦੂਜੇ ਦਿਨ ਉਹ ਬਾਬੇ ਨਾਲ ਮੂਲੇ ਦੀ ਦੁਕਾਨ 'ਤੇ ਗਿਆ। ਮੂਲੇ ਨੇ ਬਾਬੇ ਦੇ ਪੈਰੀਂ ਹੱਥ ਲਾਉਂਦੇ ਕਿਹਾ, ਮੈਂ ਤਾਂ ਸੋਚ ਲਿਆ ਸੀ ਵੀ ਇਹਦੇ ਪਿੱਛੇ ਕੋਈ ਹੋਰ ਹੱਥ ਹੈ। ਉਸ ਦਿਨ ਉਹਨਾਂ ਮੂਲੇ ਦੀ ਦੁਕਾਨ ਅੱਗੇ ਗਾਇਆ। ਸਿਆਲਕੋਟ 'ਚ ਕਈ ਦਿਨਾਂ ਤੱਕ ਲੋਕਾਂ ਨਾਲ ਬਚਨ ਬਿਲਾਸ ਚੱਲਦਾ ਰਿਹਾ। ਇੱਕ ਦਿਨ ਉਹ ਸਿਆਲਕੋਟ ਤੋਂ ਦੱਖਣ ਪੂਰਬ ਪਸਰੂਰ ਵੱਲ ਚੱਲ ਪਏ। ਇਸ ਵਾਰੀ ਉਹ ਫਿਰ 3 ਜਣੇ ਸੀ। ਸਿਆਲਕੋਟ ਤੋਂ ਮੂਲਾ ਉਹਨਾਂ ਦੇ ਨਾਲ ਹੀ ਚੱਲ ਪਿਆ ਸੀ। ਪਸਰੂਰ 'ਚ ਫਕੀਰ ਮਿੱਠਾ ਤੇ ਡੇਰੇ ਤੋਂ ਕੁਝ ਦੂਰੀ 'ਤੇ ਉਹਨਾਂ ਆਪਣਾ ਪੜਾਅ ਕੀਤਾ। ਕੀਰਤਨ ਸੁਣ ਇੱਕ ਦਿਨ ਮੀਆਂ ਮਿੱਠਾ ਖੁਦ ਵੇਖਣ ਆਇਆ। ਉਹਦੀ ਅਰਜ਼ 'ਤੇ ਉਹ ਇੱਕ ਰਾਤ ਲਈ ਉਹਦੇ ਡੇਰੇ ਗਏ। ਰਾਤ ਵੇਲੇ ਕਾਫੀ ਸਾਰੇ ਲੋਕ ਇਹ ਸੁਣ ਕੇ ਆ ਗਏ ਕਿ ਪੀਰ ਮਿੱਠਾ ਕਿਹਨੂੰ ਸੁਣ ਰਿਹਾ। ਚੰਨ ਚਾਨਣੀ ਰਾਤ ਵਿੱਚ ਰਬਾਬ ਨਾਲ ਬਾਬੇ ਨੇ ਉਹਦੇ ਵੱਲ ਮੂੰਹ ਕਰਕੇ ਕੁਝ ਇਸ ਤਰ੍ਹਾਂ ਗਾਇਆ, ਮਿਹਰ ਮਸੀਤ ਸਿਦਕ ਮੁਸਲਾ ਹੱਕ ਹਲਾਲ ਕੁਰਾਨ, ਸ਼ਰਮ ਸੁੰਨਤ ਸੀਲ ਰੋਜਾ ਹੋ ਮੁਸਲਮਾਨ, ਕਰਨੀ ਕਾਬਾ ਸੱਚ ਪੀਰ ਕਲਮਾ ਕਰਮ ਨਿਵਾਜ, ਤਸਬੀਹ ਸਾਤ ਇਸ ਭਾਵ ਸੀ ਨਾਨਕ ਰੱਖਿਆ ਲਾਜ। ਕਈ ਸਾਲਾਂ ਬਾਅਦ ਪਹਾੜਾਂ ਦੇ ਸੁਭਾਅ ਦੀਆਂ ਉਚਾਣਾ ਨਿਵਾਣਾਂ 'ਚੋਂ ਨਿਕਲ ਮਰਦਾਨੇ ਨੇ ਦੂਰ ਤੱਕ ਪੱਧਰੇ ਮੈਦਾਨ ਵੇਖੇ ਸਨ। ਮੈਦਾਨ ਤਾਂ ਪਿਛਲੇ ਕੁਝ ਦਿਨਾਂ ਤੋਂ ਸ਼ੁਰੂ ਹੋ ਗਏ ਸਨ, ਪਰ ਤਲਵੰਡੀ ਦੇ ਨੇੜੇ ਆਉਂਦਿਆਂ ਇਹਨਾਂ ਦੀ ਝਾਤ ਅੱਖਾਂ ਅੱਗੇ ਹੋਰ ਵੀ ਪੱਧਰੀ ਹੋ ਕੇ ਦਿਸਦੀ ਸੀ। ਕਦੇ ਪਹਾੜਾਂ ਦੀਆਂ ਟੱਲ ਉਚਾਈਆਂ ਸਫ਼ਰਾਂ 'ਚ ਬੜਾ ਸਤਾਉਂਦੀਆਂ ਸਨ, ਫਿਰ ਢਲਾਣਾਂ ਤੋਂ ਉਤਰਦੀਆਂ ਨਿਵਾਣਾਂ ਇਹ ਸਭ ਕੁਝ ਭੁਲਾ ਦਿੰਦੀਆਂ। ਹੁਣੇ ਪਿਛਲੇ ਪਿੰਡ ਤੋਂ ਦੁਪਹਿਰ ਦੀ ਗਜਾ ਖਾ ਕੇ ਤੁਰੇ ਸਨ। ਚੁਫੇਰੇ ਸਾਉਣੀ ਦੀਆਂ ਫਸਲਾਂ ਦੀ ਸਰਸਰਾਹਟ ਸੀ। ਸਾਉਣੀ ਦੀਆਂ ਫਸਲਾਂ ਨੂੰ ਛੂਹ ਕੇ ਆਉਂਦੀ ਹਲਕੀ ਜਿਹੀ ਹਵਾ ਉਹਨਾਂ ਦੇ ਚਿਹਰਿਆਂ ਨੂੰ ਚੁੰਮ ਕੇ ਲੰਘਦੀ। ਚੁਫੇਰੇ ਸਿੱਲ ਸੀ, ਭਾਰੇ ਮੀਂਹ ਪੈ ਕੇ ਹਟੇ ਸਨ। ਫਿਰ ਵੀ 2 ਦਿਨਾਂ ਦੀ ਵੱਤ ਨਾਲ ਆਠਰੀ ਹੋਈ ਜ਼ਮੀਨ ਉੱਤੇ ਆਸਾਨੀ ਨਾਲ ਤੁਰਿਆ ਜਾ ਸਕਦਾ ਸੀ। ਪਰ ਪਿਛਲੇ ਪਿੰਡ ਦੀ ਅੱਖਾਂ ਵਿਚਲੀ ਨਮੀ ਅਜੇ ਸੁੱਕੀ ਨਹੀਂ ਸੀ। ਛੋਟੇ ਜਿਹੇ ਮੰਦਰ ਤੇ ਨੀਵੀਂ ਜਿਹੀ ਮਸਜਿਦ ਵਿਚਾਲੇ ਘਰਾਂ ਦੇ ਬਾਹਰ ਕੁਝ ਕੰਧ ਚਿੱਤਰ ਸਨ। ਚਿੱਤਰਾਂ 'ਚ ਬਾਬੇ ਨਾਲ ਉਹ ਵੀ ਬੈਠਾ ਸੀ। ਉਹ ਤਾਂ ਰਬਾਬ ਕਰਕੇ ਪਛਾਣਿਆ ਗਿਆ ਸੀ, ਨਹੀਂ ਤਾਂ ਉਹਨੂੰ ਯਕੀਨ ਹੀ ਨਹੀਂ ਸੀ ਆਉਣਾ। ਇੱਕ ਵਾਰ ਉਹਦੀਆਂ ਨਜ਼ਰਾਂ ਬਾਬੇ ਨਾਲ ਮਿਲੀਆਂ, ਫਿਰ ਪਤਾ ਨਹੀਂ ਕਿਉਂ ਛੋਟੇ ਜਿਹੇ ਬੱਚੇ ਵਾਂਗ ਰੁੱਟ ਕੇ ਦੂਜੇ ਪਾਸੇ ਕਰ ਲਿਆ। ਇਹ ਚਿੱਤਰ ਦਿਸਣੇ ਵੀ ਨਹੀਂ ਸੀ ਜੇ ਉਹ ਉੱਥੇ ਬੈਠ ਕੇ ਗਜਾ ਨਾ ਖਾਂਦੇ। ਇੱਕ ਪੈਰ ਲੰਘ ਗਿਆ ਸੀ, ਮੂਲੇ ਨੂੰ ਪਤਾ ਨਹੀਂ ਸੀ ਲੱਗਿਆ ਕੀ ਦਿਸਿਆ, ਕੀ ਵਾਪਰਿਆ। ਕਈ ਵਾਰੀ ਮੂਲੇ ਨੇ ਮਰਦਾਨੇ ਨੂੰ ਬੁਲਾਇਆ ਵੀ, ਪਰ ਉਹ ਚੁੱਪ ਹੀ ਰਿਹਾ। ਸਾਹਮਣੇ ਇੱਕ ਹੋਰ ਪਿੰਡ ਦਿਸਣ ਲੱਗਾ। ਮਰਦਾਨੇ ਨੇ ਵੇਖਿਆ ਬਾਬੇ ਦੇ ਹੱਥ 'ਚ ਫੜੇ ਕਾਸੇ ਉੱਤੇ ਕੋਈ ਛੋਟਾ ਜਿਹਾ ਪੰਛੀ ਆ ਬੈਠਾ ਸੀ। ਗਜਾ 'ਚ ਕੀ ਬਚਿਆ ਸੀ, ਇਹ ਪੰਛੀ ਨੂੰ ਜ਼ਰੂਰ ਦਿਸ ਰਿਹਾ ਹੋਏਗਾ। ਬਾਬੇ ਦੀ ਬਾਂਹ ਕਿਸੇ ਦਿਆਲੂ ਦਰਖਤ ਦੀ ਟਾਹਣੀ ਵਾਂਗ ਹਿੱਲ ਰਹੀ ਸੀ। ਕੰਧ ਚਿੱਤਰ 'ਚ ਇੱਕ ਚਿੜੀ ਵੀ ਸੀ, ਕਿਤੇ ਉਹੀ ਚਿੜੀ ਤਾਂ ਨਹੀਂ ਉੱਡ ਆਈ। ਬਾਂਹ ਉੱਪਰੋਂ ਚਿੜੀ ਤਾਂ ਕਦੋਂ ਦੀ ਉੱਡ ਗਈ ਸੀ, ਪਰ ਮਰਦਾਨਾ ਹੁਣ ਪਹਿਲਾਂ ਵਾਂਗ ਨਹੀਂ ਸੀ। ਢਲਦੀ ਸ਼ਾਮ ਤੋਂ ਬਾਅਦ ਸਿਰਫ 4 ਪੈਰ ਹੋਰ ਤਲਵੰਡੀ ਅੱਗੇ ਰਹਿ ਗਈ ਸੀ। ਪਿੱਛੋਂ ਕਈ ਵਾਰ ਛੇੜਦੇ ਮਰਦਾਨੇ ਨੂੰ ਮੂਲੇ ਨੇ ਕਈ ਵਾਰ ਛੂਹ ਕੇ ਰੋਕਿਆ। ਸਾਉਣ ਦੀਆਂ 2 ਗਾੜੀਆਂ ਬੱਦਲੀਆਂ ਵਿੱਚੋਂ ਲੰਘਦਾ ਸੂਰਜ ਥੋੜ੍ਹੀ ਦੇਰ ਲਈ ਠੰਡਾ ਹੋ ਗਿਆ। ਦਿਨ ਦੀ ਕੜਾਕੇ ਦੀ ਧੁੱਪ ਨਾਲ ਤਪੇ ਪਿੰਡ ਕੁਝ ਦੇਰ ਲਈ ਕੋਸੇ ਹੋ ਗਏ। ਹੁਣ ਮੂੰਹ ਹਨੇਰਾ ਹੋ ਗਿਆ ਸੀ। ਦੂਰ ਤੱਕ ਪਿੰਡਾਂ ਦਾ ਲਿਸ਼ਕਾਰਾ ਦਿਸ ਰਿਹਾ ਸੀ। ਚੰਨ ਵੀ ਹੁਣ ਛੋਟਾ ਹੋ ਗਿਆ ਸੀ। ਨੀਵੀਆਂ ਤੋਂ ਨੀਵੀਆਂ ਡੂੰਘਾਣਾਂ ਵਿੱਚ ਵੀ ਹੁਣ ਤਾਰੇ ਦਿਸਦੇ ਸੀ। ਬਿਲਕੁਲ ਉਹਨਾਂ ਦੇ ਸਾਹਮਣੇ ਇੱਕ ਤਾਰਾ ਟੁੱਟ ਕੇ ਲੰਘਿਆ। ਇਹ ਤੋਂ ਪਹਿਲਾਂ ਕਿ ਮਰਦਾਨਾ ਕੋਈ ਟਿੱਚਰ ਬਣਾ ਕੇ ਬਾਬੇ ਨੂੰ ਸੁਣਾਵੇ, ਮੂਲਾ ਆਪ ਪਹਿਲਾਂ ਹੀ ਬੋਲ ਪਿਆ, ਇੱਕ ਤਾਰਾ ਟੁੱਟਣ ਨਾਲ ਅਸਮਾਨ ਥੋੜ੍ਹੀ ਖਾਲੀ ਹੋ ਜੂ। ਇਹ ਬ੍ਰਹਿਮੰਡ ਦਾ ਸੰਜਮ ਵੀ ਤਾਂ ਅਨੰਤ ਹੈ। ਪਰ ਮਰਦਾਨੇ ਨੇ ਬਾਬੇ ਕੋਲੋਂ ਤਾਰੇ ਗਿਣਨੇ ਨਹੀਂ, ਤਾਰਿਆਂ ਨਾਲ ਸੰਵਾਦ ਰਚਾਉਣਾ ਸਿੱਖਿਆ ਸੀ। ਉਹਨੇ ਤਾਰਿਆਂ ਦੇ ਆਪਣੇ ਹੀ ਨਾਂ ਰੱਖੇ ਸੀ। ਉਹ ਬੰਦਿਆਂ ਵਾਂਗ ਨਾਂ ਲੈ ਕੇ ਉਹਨਾਂ ਨੂੰ ਪੁਕਾਰਦਾ ਸੀ। ਦੁਬਾਰਾ ਫਿਰ ਇੱਕ ਤਾਰਾ ਟੁੱਟਦਾ ਦਿਸਿਆ। ਆਜੋ ਆਜੋ, ਮੈਥੋਂ ਕਿਹੜੇ ਪੁੱਛ ਕੇ ਗਏ ਸੀ। ਇਸ ਵੇਲੇ ਉਹਦੀ ਆਵਾਜ਼ ਬਿਲਕੁਲ ਮਰਾਸੀਆਂ ਵਰਗੀ ਲੱਗਦੀ ਸੀ। ਨਾ ਬੋਲੋ, ਤੁਸੀਂ ਤਾਂ ਤਾਰੇ ਹੋ, ਰੱਬ ਦੇ ਦੀਵੇ। ਮੂਲੇ ਨੇ ਹੈਰਾਨੀ ਨਾਲ ਬਾਬੇ ਨੂੰ ਹੱਸਦਾ ਵੇਖਿਆ। ਬਾਬਾ ਹਾਲੇ ਵੀ ਹੱਸ ਰਿਹਾ ਸੀ। ਵਿੱਚੋਂ ਹੀ ਉਹਨੂੰ ਮਰਦਾਨੇ ਦੀ ਆਵਾਜ਼ ਫਿਰ ਸੁਣੀ, ਬਾਬਾ ਇੰਨਾ ਨਾ ਹੱਸ, ਸਾਰੇ ਤਾਰੇ ਉਤਰ ਆਉਣਗੇ, ਅਸਮਾਨ ਖਾਲੀ ਹੋ ਜਾਏਗਾ। ਇਸ ਵਾਰੀ ਮੂਲਾ ਵੀ ਹੱਸ ਪਿਆ। ਸੱਤਿਓਂ ਦਾ ਦਿਨ ਸੀ। ਹਾਲੇ ਅੱਧੀ ਦੁਪਹਿਰ ਬੀਤੀ ਸੀ। ਸਾਹਮਣੇ ਤਲਵੰਡੀ ਦਿਸਣ ਲੱਗਾ ਸੀ। ਜਿੱਥੇ ਜਿਹੜੀ ਦੂਰੀ ਛੱਡ ਕੇ ਗਏ ਸੀ, ਸਭ ਵਿੱਥਾਂ ਉੱਥੇ ਹੀ ਸਹਿਜ ਪਈਆਂ ਸਨ।
ਪਰ ਇਸ ਵਾਰੀ ਖੇਤਾਂ 'ਚ ਖੜੀਆਂ ਫਸਲਾਂ ਪਹਿਲਾਂ ਦਿਸੀਆਂ। ਮਾਲਕਾਂ ਦੇ ਨਾਂ ਥੋੜ੍ਹੀ ਦੇਰ ਬਾਅਦ ਯਾਦ ਆਏ। ਮਰਦਾਨੇ ਨੇ ਤਲਵੰਡੀ ਦੀ ਰੂਹ ਦੇ ਫਾਸਲਿਆਂ ਦਾ ਹੌਲ ਧੁੰਨੀ ਕੋਲ ਇਕੱਠਾ ਹੋਣ ਦਿੱਤਾ ਸੀ। ਠੀਕ ਇਸੇ ਵੇਲੇ ਮੂਲੇ ਦੀ ਆਵਾਜ਼ ਆਈ, ਤਲਵੰਡੀ ਇਹੋ ਏ? ਮੂਲਾ ਸਾਹਮਣੇ ਵੇਖ ਰਿਹਾ ਸੀ। ਬਾਬੇ ਵੱਲ ਵੇਖ ਕੇ ਮਰਦਾਨੇ ਨੇ ਮੂਲੇ ਨੂੰ ਤਲਵੰਡੀ ਵੱਲ ਇਸ਼ਾਰਾ ਕੀਤਾ। ਹਾਂ, ਇਸੇ ਨੂੰ ਤਲਵੰਡੀ ਕਹਿੰਦੇ ਨੇ। ਕਾਂਡ 35ਵਾਂ। ਡੂਮਣੀਆਂ ਗਾਉਂਦੀਆਂ ਗਾਉਂਦੀਆਂ ਬਹਿਸ ਪਈਆਂ ਸਨ। ਇਸ ਤੋਂ ਮਰਦਾਨੇ ਨੇ ਇਹ ਤਾਂ ਅੰਦਾਜ਼ਾ ਲਾ ਹੀ ਲਿਆ ਸੀ ਕਿ ਅੰਮੀ ਨੂੰ ਗਿਆ ਮੁੱਦਤਾਂ ਲੰਘ ਗਈਆਂ ਨੇ। ਉਹਨੇ ਸਮਾਧ ਵਰਗੇ ਸੁੰਨੇ ਘਰ 'ਚ ਅੰਮੀ ਦੀ ਕੋਈ ਤਾਜ਼ੀ ਬਚੀ ਯਾਦ ਵੇਖਣੀ ਚਾਹੀ ਸੀ। ਵਿਹੜੇ 'ਚ ਇੱਕ ਜਗ੍ਹਾ ਉਹਨੇ ਰਬਾਬ ਮੋਢਿਓਂ ਉਤਾਰ ਆਪਣੇ ਗਲ ਦੀਆਂ ਕੌਡੀਆਂ ਵਾਲੀਆਂ ਮਾਲਾ ਉਹਦੇ ਉੱਪਰ ਟਿਕਾਤੀਆਂ। ਸ਼ਾਇਦ ਇਹ ਅੰਮੀ ਲਈ ਸ਼ਰਧਾਂਜਲੀ ਵੀ ਸੀ। ਪਾਣੀ ਲੈ ਕੇ ਆਈ ਮੀਰਜ਼ਾਦੀ ਨੇ ਕਟੋਰਾ ਮੂੰਹ ਤੱਕ ਨਹੀਂ ਸੀ ਜਾਣ ਦਿੱਤਾ। ਤੂੰ ਕੁਝ ਪੁੱਛਿਆ ਨਹੀਂ, ਵਿਹੜਾ ਖਾਲੀ ਨਹੀਂ ਦਿਸਿਆ? ਉਹਨੇ ਖੂੰਜੇ 'ਚ ਖੜੀ ਮੰਜੀ ਵੱਲ ਵੇਖਿਆ। ਕਹਿ ਕੇ ਗਈ ਸੀ ਪੁੱਤ ਦੇ ਆਉਣ ਤੱਕ ਨਾ ਡਾਹੁਣਾ। ਇਹਨਾਂ ਪਲਾਂ ਦੀ ਵਿੱਥ 'ਚ ਅੰਮੀ ਨੂੰ ਦੁਬਾਰਾ ਵੇਖਣ ਦੀ ਕਿੰਨੀ ਛਟਪਟਾਹਟ ਸੀ। ਇਹਨਾਂ ਵੇਖਣੀਆਂ 'ਚ ਕਿੰਨੇ ਪੜਾਅ ਪਏ ਸਨ ਜੋ ਕਿਸੇ ਦੇ ਜਾਣ ਤੋਂ ਬਾਅਦ ਹੀ ਰਾਹਾਂ 'ਚ ਆਉਂਦੇ ਨੇ। ਜੀ ਤਾਂ ਕੀਤਾ ਕਿਸੇ ਬੱਚੇ ਵਾਂਗ ਰੋਵਾਂ ਜਿਹਨੇ ਚੁੱਪ ਹੋ ਕੇ ਫੇਰ ਪ੍ਰੇਮ 'ਚ ਆ ਜਾਣਾ ਹੁੰਦਾ। ਪਰ ਸਾਹਮਣੇ ਇੱਕ ਹੋਰ ਬੁੱਢੀ ਖੜੀ ਸੀ ਜੋ ਉਹਦੇ ਘਰ ਵਾਲੀ ਸੀ। ਉਹ ਤੋਂ ਪਰੇ ਅੰਮੀ ਦੀ ਮੰਜੀ ਪਈ ਸੀ ਜਿਹਨੂੰ ਉਹਨੇ ਹੁਣ ਡਾਹ ਦਿੱਤਾ ਸੀ। ਤੂੰ ਤਾਂ ਆਪਣਾ ਰਿਸ਼ਤਾ ਵੀ ਨਹੀਂ ਪਛਾਣ ਸਕਿਆ। ਉਹਨੇ ਖਾਲੀ ਕਟੋਰਾ ਉਹਦੇ ਹੱਥੋਂ ਲੈ ਲਿਆ। ਯਾਦ ਕਰਦੀ ਰਹਿੰਦੀ ਸੀ ਤੈਨੂੰ, ਮੈਨੂੰ ਵੀ ਚੰਗੀ ਲੱਗਦੀ ਸੀ। ਦੋਵੇਂ ਮਿਲ ਕੇ ਤੈਨੂੰ ਯਾਦ ਕਰ ਲੈਂਦੀਆਂ ਸੀ। ਹੁਣ ਮੈਂ ਇਕੱਲਿਆਂ ਤੇਰੀਆਂ ਯਾਦਾਂ ਨੂੰ ਕਮਾਵਾਂਗੀ। ਮੈਂ ਤੇਰਾ ਦੇਣਦਾਰ ਹਾਂ ਮੀਰਜ਼ਾਦੀਏ। ਹਵਾ ਦੇ ਬੁੱਲੇ ਨਾਲ ਮੀਰਜ਼ਾਦੀ ਦੀ ਪਿੱਠ ਉੱਪਰ ਵੱਜਿਆ ਦਰਵਾਜ਼ਾ ਬੰਦ ਹੋ ਗਿਆ। ਦੁਬਾਰਾ ਹਵਾ ਮੁੜ ਕੇ ਨਹੀਂ ਆਈ। ਦਰਵਾਜ਼ਾ ਉੱਥੇ ਹੀ ਰੁਕ ਗਿਆ। ਕਾਹਦੀਆਂ ਮਾਫੀਆਂ? ਜਿਹੜੇ ਪੁੱਤ ਨੇ ਮਾਂ ਦੀ ਨਹੀਂ ਸੁਣੀ ਉਹ ਬਗਾਨੀ ਦੀ ਸੁਣ ਲਏਗਾ। ਲੰਘ ਚੱਲਿਆ ਸਮਾਂ ਤੇਰੇ ਸਾਹਮਣੇ। ਅਸੀਂ ਸਾਰਿਆਂ ਮੁੱਕ ਜਾਣਾ। ਅਗਲੀ ਵਾਰੀ ਪਤਾ ਨਹੀਂ ਤੈਨੂੰ ਕਿਹਨੇ ਨਹੀਂ ਦਿਸਣਾ। ਚੰਦਰਿਆ ਜਾਂਦਾ ਹੋਇਆ ਤਾਂ ਪਲਟ ਕੇ ਵੇਖ ਲਿਆ ਕਰ। ਇੱਕ ਹੰਝੂ ਮੀਰਜ਼ਾਦੀ ਦੀ ਵੱਟਦਾਰ ਖੱਲੜੀ ਤੋਂ ਡਿੱਗਦਾ ਥੱਲੇ ਵੱਲ ਵੱਧਦਾ ਦਿਸਿਆ ਜਿੱਥੇ ਉਹਦੇ ਪੈਰ ਸਨ। ਉਹ ਹੰਝੂ ਅੱਖਾਂ 'ਚੋਂ ਨਿਕਲਦਾ ਨਹੀਂ ਸੀ ਦਿਸਿਆ। ਅੱਥਰੂ ਸ਼ਾਇਦ ਬਹੁਤ ਅੜੀਅਲ ਹੋ ਗਏ ਸਨ। ਮਰਦਾਨੇ ਉੱਤੇ ਉਹਨਾਂ ਦਾ ਭਰੋਸਾ ਉੱਠ ਗਿਆ ਸੀ। ਉਹਨੇ ਸਫ਼ਰਾਂ 'ਚ ਅਨੇਕਾਂ ਲੋਕਾਂ ਦੀਆਂ ਅੱਖਾਂ 'ਚੋਂ ਵਹਿੰਦੇ ਅੱਥਰੂ ਵੇਖੇ ਸਨ। ਉਹ ਅੱਖਾਂ ਦੀ ਬਣਤਰ ਸੀ ਜਾਂ ਅੰਦਰਲੀ ਝਾਕ 'ਚੋਂ ਵਗਦੇ ਪਾਣੀ ਦੇ ਆਉਣ ਦੀ ਵਿਧੀ ਸੀ? ਕੁਝ ਅੱਥਰੂ ਤਾਜ਼ੇ ਜੰਮੇ ਬੱਚੇ ਵਰਗੇ ਜਾਪੇ ਸੀ। ਕਿਸੇ ਦੇ ਅੱਥਰੂ ਬਜ਼ੁਰਗਾਂ ਵਾਂਗ ਵੇਖਦੇ ਨਿਕਲੇ ਸਨ। ਕਿਸੇ ਦੇ ਅੱਥਰੂ ਜਾਪਦੇ ਹੀ ਨਹੀਂ ਸਨ ਜਿਵੇਂ ਨਿਰਮਲ ਸ਼ਬਦਾਂ ਦਾ ਕੋਈ ਜੋੜ ਹੋਵੇ। ਕੁਝ ਅੱਥਰੂ ਕਿਸੇ ਦੀਆਂ ਅੱਖਾਂ ਵਰਗੇ ਹੀ ਸਨ ਜਿਵੇਂ ਅੱਥਰੂ ਉੱਤੇ ਡੇਲਾ ਉਗਾਇਆ ਹੋਵੇ। ਜੇ ਇਹਨਾਂ 'ਚੋਂ ਅੱਧੇ ਵੀ ਮਾਂ ਅੱਗੇ ਵਗਾ ਦਿੰਦਾ ਤਾਂ ਪੁੱਤ ਉੱਤੇ ਵਾਪਸੀ ਦੇ ਭਰੋਸੇ ਨਾਲ ਮਰਦੀ। ਮੀਰਜ਼ਾਦੀ ਨੇ ਉਹਨੂੰ ਅੱਖਾਂ ਪੋਚਣ ਲਈ ਅੰਮੀ ਦੀ ਪਾਟੀ ਚੁੰਨੀ ਦੀ ਲੀਰ ਫੜਾਈ। ਉਹਨੇ ਕੁਛ ਦੇਰ ਅੱਖਾਂ ਉੱਤੇ ਉਹਨੂੰ ਉਵੇਂ ਹੀ ਟਿਕਾਈ ਰੱਖਿਆ। ਫਿਰ ਮੀਰਜ਼ਾਦੀ ਵੱਲ ਧਿਆਨ ਨਾਲ ਵੇਖਿਆ। ਠੀਕ ਹੈ, ਜਾਂਦੀ ਵਾਰੀ ਅੰਮੀ ਤੈਨੂੰ ਰਵਾਈ ਗਈ। ਉਹਨੇ ਹੱਸਣ ਦੀ ਕੋਸ਼ਿਸ਼ ਕੀਤੀ। ਬਹੁਤ ਦਿਨ ਹੋ ਗਏ ਅੰਮੀ ਨੂੰ ਗਿਆ, ਹੁਣ ਨਹੀਂ ਹੋਇਆ ਜਾਂਦਾ। ਹੁਣ ਅੱਗੇ ਤੇਰਾ ਵਿਛੋੜਾ ਖੜਿਆ ਦਿਸਦਾ। ਉਹਨੇ ਗੱਲ ਪੂਰੀ ਕਰਨ ਤੋਂ ਪਹਿਲਾਂ ਆਪਣੇ ਆਪ ਨੂੰ ਰੋਕ ਲਿਆ। ਹੁਣ ਤਾਂ ਤੇਰੀ ਅੰਮੀ ਵੀ ਨਹੀਂ ਰਹੀ। ਉਹਦੇ ਹਿੱਸੇ ਦੇ ਫੇਰੇ ਵੀ ਘੱਟ ਜਾਣਗੇ। ਉਹ ਦੁਬਾਰਾ ਅੱਖਾਂ ਭਰ ਆਈ। ਬਹੁਤ ਹੀ ਨਿੱਕੀਆਂ ਨਿੱਕੀਆਂ ਚਿੜੀਆਂ ਦਾ ਝੁੰਡ ਪਰਛਾਵਿਆਂ ਸਮੇਤ ਅੰਮੀ ਦੀ ਮੰਜੀ 'ਤੇ ਆ ਬੈਠਾ ਸੀ। ਇਹ ਵਿਛੋੜੇ ਵੀ ਕਿੰਨੇ ਅਨੁਭਵੀ ਹੁੰਦੇ ਨੇ। ਕੀ ਛੱਡਣਾ, ਇਹਦੇ ਵਿੱਚੋਂ ਵੀ ਕੁਝ ਨਹੀਂ ਛੱਡਣ ਦਿੰਦੇ। ਮਾਂ ਨੂੰ ਤੱਕਣ ਦੇ ਸਾਰੇ ਅਵਸਰ ਹਾਲੇ ਖ਼ਤਮ ਨਹੀਂ ਸੀ ਹੋਏ। ਸਾਹਮਣੇ ਦਰਵਾਜ਼ੇ 'ਤੇ ਝੁੱਕ ਕੇ ਅੰਦਰ ਵੜਦਾ ਬਾਬਾ ਦਿਸਿਆ। ਇਹ ਤਾਂ ਮੇਰੇ ਜਿੰਨਾ ਵੀ ਘਰ ਨਹੀਂ ਠਹਿਰਿਆ ਹੋਏਗਾ। ਬਿਨਾਂ ਕੁਝ ਕਹੇ ਬਾਬਾ ਚੁੱਪਚਾਪ ਧਰਤੀ 'ਤੇ ਬੈਠ ਗਿਆ। ਜਿਸ ਤਰ੍ਹਾਂ ਉਹ ਸੋਚ ਕੇ ਆਇਆ ਸੀ ਉਹਨੂੰ ਰੋਕਣ ਨੂੰ ਜੀ ਵੀ ਨਹੀਂ ਕੀਤਾ। ਥੋੜ੍ਹੀ ਦੇਰ ਲਈ ਅੱਖਾਂ ਬੰਦ ਕਰਕੇ ਬਾਬੇ ਨੇ ਹੌਲੀ ਜਿਹੀ ਪੁੱਛਿਆ, ਬੱਚੇ ਕਿੱਧਰ ਗਏ ਨੇ? ਜੀ ਵਿਆਹ ਕਮਾਉਣ ਗਏ ਨੇ ਨਾਲ ਦੇ ਪਿੰਡ। ਬਾਬਾ ਮੰਜੀ ਵੱਲ ਨਹੀਂ ਗਿਆ ਜਿੱਥੇ ਚਿੜੀਆਂ ਦਾ ਝੁੰਡ ਬੈਠਾ ਸੀ। ਤੁਹਾਨੂੰ ਵੀ ਯਾਦ ਕਰਦੀ ਰਹਿੰਦੀ ਸੀ ਅੰਮੀ। ਬਾਬਾ 2 ਵਾਰ ਸਿਰ ਹਿਲਾ ਕੇ ਹਲਕਾ ਜਿਹਾ ਮੁਸਕਰਾਇਆ ਤੇ ਹੌਲੀ ਹੌਲੀ ਵਾਪਸ ਜਾਣ ਲੱਗਾ। ਮਰਦਾਨਾ ਚੁੱਪਚਾਪ ਕਬਰਾਂ ਵੱਲ ਜਾਂਦੇ ਬਾਬੇ ਵੱਲ ਚੱਲ ਪਿਆ। ਸਿਰ ਉੱਪਰ ਕੱਚੀਆਂ ਕੱਚੀਆਂ ਚਿੱਟੀਆਂ ਬਦਲੀਆਂ ਦਾ ਪਰਛਾਵਾਂ ਸੀ। ਉਹ ਥੋੜ੍ਹੀ ਦੇਰ ਲਈ ਅੰਮੀ ਦੀ ਕਬਰ ਕੋਲ ਖੜ੍ਹੇ। ਪਹਿਲੀ ਕਿਣੀ ਰਬਾਬ ਦੀਆਂ ਤਾਰਾਂ ਉੱਪਰ ਡਿੱਗੀ। ਜੇ ਬਾਬਾ ਰਬਾਬ ਚੁੱਕਣ ਲਈ ਨਾ ਕਹਿੰਦਾ ਤਾਂ ਬੇਆਰਾਮ ਹੱਥ ਕਿੰਨੇ ਭਾਰੇ ਜਾਪਣੇ ਸਨ। ਉਹਨੇ ਹੌਲੀ ਜਿਹੇ ਤਾਰਾਂ ਉਤਲੇ ਪਾਣੀ ਨੂੰ ਛੂਹਿਆ। ਲੰਬੀ ਉਚਾਈ ਤੋਂ ਧੁਨਾਂ ਨਾਲ ਟਕਰਾਇਆ ਸੀ ਪਾਣੀ। ਬਾਬਾ ਕੁਛ ਬੋਲ ਨਾ, ਤੂੰ ਤਾਂ ਸੋਝੀਆਂ ਦੀ ਮਾਂ ਏ।
ਇਹਨਾਂ ਆਵਾਜ਼ਾਂ ਨੇ ਵੀ ਸਰੀਰ ਵਾਂਗ ਆਪਣੀ ਜਗ੍ਹਾ ਛੱਡ ਦੇਣੀ ਏ। ਕਬਰ ਅੱਗੇ ਗੋਡਿਆਂ ਭਾਰ ਬੈਠੇ ਮਰਦਾਨੇ ਨੇ ਦੇ ਬਾਬੇ ਨੇ ਪਿੱਠ ਉੱਪਰ ਹੱਥ ਫੇਰਿਆ। ਜਾਣ ਤੋਂ ਪਹਿਲਾਂ ਰੁੱਖ ਆਪਣਾ ਬੀਜ ਸੁੱਟ ਗਿਆ। ਮਰਦਾਨਿਆਂ ਉੱਠ। ਪਿੰਡ ਵਾਪਸੀ ਵੇਲੇ ਉਹ ਸਾਉਣੀ ਦੀਆਂ ਕੱਚੀਆਂ ਫਸਲਾਂ ਵਿੱਚੋਂ ਦੀ ਲੰਘੇ। ਲਹਿਰੇ ਅੱਖਾਂ 'ਚੋਂ ਪੱਕਦੇ ਖਰਬੂਜਿਆਂ ਦੀ ਖੁਸ਼ਬੂ ਆ ਰਹੀ ਸੀ। ਧੰਨਵਾਦ। ਚੱਲਦਾ।